सत श्री अकाल जी, तुसीं देख रहे हो ABP साझा और मैं असीम बस्सी। सोमवार शाम ਨੂੰ SSP ਚੰਡੀਗੜ੍ਹ ਕੁਲਦੀਪ ਸਿੰਘ ਚਹਿਲ ਦਾ ਤਬਾਦਲਾ ਕੀਤਾ ਜਾਂਦਾ ਹੈ। ਉਹਨਾਂ ਨੂੰ ਪੰਜਾਬ ਕੈਡਰ ਦੇ ਵਿੱਚ ਚੰਡੀਗੜ੍ਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਰਿਪੈਟਰੀਏਟ ਕਰ ਦਿੰਦੀ ਹੈ, ਵਾਪਸ ਭੇਜ ਦਿੰਦੀ ਹੈ। ਉਸ ਤੋਂ ਬਾਅਦ ਇੱਕ ਵਿਵਾਦ ਹੁੰਦਾ ਹੈ ਔਰ ਚੀਫ ਮਿਨਿਸਟਰ ਇੱਕ ਚਿੱਠੀ ਪ੍ਰੋਟੈਸਟ ਨੋਟ ਕਰ ਲਓ ਉਹ ਸ਼ੂਟ ਆਫ ਕਰਦੇ ਨੇ ਗਵਰਨਰ ਨੂੰ ਕਿ ਹਾਂ ਤੁਸੀਂ ਬਦਲੀ ਕੀਤੀ ਔਰ ਤੁਸੀਂ ਉਹਨਾਂ ਨੂੰ ਰਿਪੈਟਰੀਏਟ ਕਰਤਾ ਹੋਮ ਕੈਡਰ ਦੇ ਵਿੱਚ, ਲੇਕਿਨ ਪੈਨਲ ਨਹੀਂ ਮੰਗਿਆ। ਚੰਗਾ ਹੁੰਦਾ ਤੁਸੀਂ ਪੈਨਲ ਪਹਿਲੇ ਮੰਗਦੇ ਔਰ ਇਹ ਫਿਰ ਸਾਡਾ ਥੋੜ੍ਹਾ ਗ੍ਰੇਸਫੁਲ ਲੱਗਦਾ। लेकिन उस खबर के इंपॉर्टेंट ट्विस्ट आया जो गवर्नर ने हिटबैक किया चीफ मिनिस्टर से और कहा कि 15 दिन पहले ही थोड़े चीफ सैकटरी को इन्फॉर्म किया, एक क्वार्टर तो नहीं कई क्वार्टरस तो इन्फॉर्म किया। और ये चिट्ठी जी तुसीं मैनूं लिखी है ये लिखनी बनती नहीं सी जो तुहानूं फैक्ट्स पता होंदे। इस पूरे विवाद के उत्ते जिहड़ा गवर्नर वर्सिस गवर्नमेंट हो गया। मेरे नाल ने ABP साझा के एडिटर मिस्टर जगविंदर पटियाल। सर, पंजाब दे विच गवर्नर वर्सिस गवर्नमेंट बहुत ज़्यादा है, लेकिन इस बारी जो गवर्नर साहब की चिट्ठी आई है मैनूं लगता चीफ मिनिस्टर ऑफिस जिहड़ा बैकफुट ते है, इंबैरस्ड है। ਅਸੀਂ ਬੈਕਫੁੱਟ ਤੇ ਕੌਣ ਹੈ ਫਰੰਟ ਫੁੱਟ ਤੇ ਕੌਣ ਹੈ ਉਹ ਬਾਅਦ ਚ ਗੱਲ ਕਰਾਂਗੇ, ਲੇਕਿਨ ਪਹਿਲਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਖਿਰਕਾਰ ਇੰਨੇ ਕੁ ਮਸਲੇ ਨੂੰ ਇੰਨਾ ਉਲਝਾਉਣ ਦੀ ਲੋੜ ਕੀ ਸੀਗੀ। ਦੂਜੀ ਗੱਲ ਇਹ ਹੈ ਕਿ ਵਾਈਸ ਚਾਂਸਲਰ ਦੀ ਨਿਯੁਕਤੀ ਤੋਂ ਇਹ ਝਗੜਾ ਸ਼ੁਰੂ ਹੋਇਆ ਸੀਗਾ ਔਰ ਇਹ ਝਗੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਇਹ IPS ਅਫਸਰਾਂ ਤੇ ਆ ਗਿਆ ਹੈ ਔਰ ਇਹਦੇ ਚ IAS ਅਫਸਰ ਵੀ ਕਿਤੇ ਨਾ ਕਿਤੇ ਲਪੇਟੇ 'ਚ ਜਾਂ ਫਿਰ ਇਹ ਮੰਨ ਲੀजिए ਕਿ ਇਸ ਪੂਰੇ ਪ੍ਰੋਸੈਸ 'ਚ ਉਹਨਾਂ ਦੀ ਐਂਟਰੀ ਵੀ ਹੋ ਗਈ ਹੈ। ਪਹਿਲਾ ਸਵਾਲ ਹੈ ਕਿ ਆਖਿਰਕਾਰ ਇਹ ਝਗੜਾ ਹੋਇਆ ਕਿਉਂ? ਝਗੜਾ ਹੋਇਆ ਇਸ ਕਰਕੇ ਕਿ SSP ਚੰਡੀਗੜ੍ਹ ਜੋ ਕਿ ਪੰਜਾਬ ਕਾਡਰ ਦੇ IPS ਅਫਸਰ ਲਈ ਪੋਸਟ ਰਿਜ਼ਰਵ ਹੈ, ਉਹ ਇੱਕ ਆਫੀਸਰ 3 ਸਾਲ ਲਈ ਅਪਾਇੰਟ ਕੀਤਾ ਜਾਂਦਾ ਹੈ। ਕੁਲਦੀਪ ਸਿੰਘ ਚਹਿਲ ਉੱਥੇ ਅਪਾਇੰਟ ਸੀਗੇ ਔਰ ਉਹਨਾਂ ਦਾ ਇਹ ਵਾਪਸੀ ਦਾ ਜਿਹੜਾ ਆਰਡਰ ਆਉਂਦਾ ਇਹ 3 ਸਾਲ ਦਾ ਅਰਸਾ ਪੂਰਾ ਹੋਏ ਤੋਂ ਬਿਨਾਂ ਹੀ ਆ ਜਾਂਦਾ ਹੈ। ਅਕਤੂਬਰ 'ਚ ਚਹਿਲ ਨੂੰ 2 ਸਾਲ ਹੋ ਗਏ ਸੀਗੇ ਔਰ 3 ਸਾਲ ਬਾਅਦ ਉਹਨਾਂ ਨੂੰ ਵਾਪਸ ਜਾਣਾ ਸੀ, ਯਾਨੀ ਅਕਤੂਬਰ 2023 ਚ। ਪਹਿਲਾ ਮਸਲਾ ਇਹ ਹੈ ਉਹਨਾਂ ਨੂੰ ਅਚਾਨਕ ਰਿਲੀਵ ਕਰ ਦਿੱਤਾ ਜਾਂਦਾ। ਇਸ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਹੋਇਆ ਨਹੀਂ ਕਿ ਕਿਸੇ ਵੀ SSP ਨੂੰ ਉਹਨਾਂ ਨੂੰ ਪ੍ਰੀਮੈਚੁਰਲੀ ਯਾਨੀ ਉਹਨਾਂ ਦਾ ਅਰਸਾ ਪੂਰਾ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਰਿਪੈਟਰੀਏਟ ਕਰਤਾ ਹੋਵੇ। ਪਹਿਲੀ ਗੱਲ ਕੀ ਹੈ ਕਿ ਅਗਰ SSP ਪੰਜਾਬ ਦਾ ਇੱਥੇ ਲੱਗਦਾ ਹੈ ਤੇ ਉਹ ਸੈਂਟਰਲ ਡੈਪੂਟੇਸ਼ਨ ਦੇ ਥਰੂ ਆਉਂਦਾ ਹੈ। ਇਹ ਪ੍ਰੋਸੈਸ ਨੂੰ ਸਮਝਣਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਦਰਸ਼ਕਾਂ ਨੂੰ ਪਤਾ ਹੀ ਨਹੀਂ ਹੁੰਦੀਆਂ ਕਿ ਇਹ ਸਿਸਟਮ ਚੱਲਦਾ ਕਿਵੇਂ ਹੈ। ਚੰਡੀਗੜ੍ਹ 'ਚ SSP ਦੀ ਪੋਸਟ ਪੰਜਾਬ ਦੇ IPS ਅਫਸਰ ਲਈ ਰਿਜ਼ਰਵ ਹੈ। 1990 ਤੋਂ ਲੈ ਕੇ ਇਹ ਪ੍ਰੋਸੈਸ ਚੱਲਿਆ ਆ ਰਿਹਾ। ਉਸ ਤੋਂ ਪਹਿਲਾਂ UT ਕਾਡਰ ਦੇ IPS ਅਫਸਰ ਲਈ ਹੁੰਦੀ ਸੀ, ਲੇਕਿਨ ਪੰਜਾਬ 'ਚ ਜਦੋਂ ਅੱਤਵਾਦ ਦਾ ਦੌਰ ਸੀ ਉਦੋਂ ਇਹ ਪੋਸਟ ਬੈਟਰ ਕੋਆਰਡੀਨੇਸ਼ਨ ਕਰਨ ਲਈ ਪੰਜਾਬ ਦੇ IPS ਅਫਸਰ ਨੂੰ ਦੇ ਦਿੱਤੀ ਤਾਂ ਕਿ ਪੰਜਾਬ ਦੇ ਅਫਸਰਾਂ 'ਚ ਔਰ ਚੰਡੀਗੜ੍ਹ ਅਗਰ ਕੋਈ ਵੀ ਅੱਤਵਾਦੀ ਗਤੀਵਿਧੀਆਂ ਹੁੰਦੀਆਂ ਤਾਂ ਉਹਨਾਂ ਦੇ ਕੇਸਾਂ ਨੂੰ ਸੁਲਝਾਉਣ ਲਈ ਜਾਂ ਫੜਨ ਲਈ ਕੋਆਰਡੀਨੇਸ਼ਨ ਪ੍ਰੋਪਰ ਹੋ ਸਕੇ। 1990 ਤੋਂ ਇਹ ਪੋਸਟ ਪੰਜਾਬ ਨੂੰ ਚਲੀ ਗਈ ਔਰ ਅੱਜ ਤੱਕ ਪੰਜਾਬ ਦਾ IPS ਇੱਥੇ ਲੱਗਦਾ ਕਿਵੇਂ ਹੈ? ਪੰਜਾਬ ਸਰਕਾਰ 3 ਅਫਸਰਾਂ ਦਾ ਪੈਨਲ ਭੇਜਦੀ ਹੈ, ਉਹਦੇ ਤੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆਪਣੀ ਚੁਆਇਸ ਦੇ ਕੇ MHA ਨੂੰ ਭੇਜ ਦਿੰਦਾ, ਮਿਨਿਸਟਰੀ ਆਫ ਹੋਮ ਅਫੇਅਰ ਨੂੰ। ਮਿਨਿਸਟਰੀ ਆਫ ਹੋਮ ਅਫੇਅਰ ਇੱਕ ਨਾਮ ਦੀ ਆਰਡਰ ਜਾਰੀ ਕਰ ਦਿੰਦੇ ਆ ਵੀ ਇਹਨਾਂ ਤਿੰਨਾਂ ਚੋਂ ਕਿਸ ਅਫਸਰ ਨੂੰ 3 ਸਾਲ ਲਈ, ਪਹਿਲਾਂ ਇਹ 2 ਸਾਲ ਲਈ ਹੁੰਦੀ ਸੀ ਪੋਸਟ, ਹੁਣ 3 ਸਾਲ ਲਈ SSP ਚੰਡੀਗੜ੍ਹ ਲਾਇਆ ਜਾ ਰਿਹਾ ਹੈ ਕਿਉਂਕਿ ਯੂਨੀਅਨ ਟੈਰੀਟਰੀ ਹੈ ਚੰਡੀਗੜ੍ਹ। ਇਸ ਕਰਕੇ ਮਿਨਿਸਟਰੀ ਆਫ ਹੋਮ ਅਫੇਅਰ SSP ਚੰਡੀਗੜ੍ਹ ਦੇ ਆਰਡਰ ਕਰਦੀ ਹੈ, ਅਫਸਰ ਉਹ ਹੁੰਦਾ ਹੈ ਪੰਜਾਬ ਦਾ। ਹੁਣ 12/12/2022 ਨੂੰ ਇਸ ਅਫਸਰ ਨੂੰ ਬਦਲ ਦਿੱਤਾ ਗਿਆ ਜਿਹੜਾ ਕਿ 2 ਸਾਲ ਪਹਿਲਾਂ ਮਿਨਿਸਟਰੀ ਆਫ ਹੋਮ ਅਫੇਅਰ ਨੇ ਲਾਇਆ ਸੀ ਔਰ ਰਿਲੀਵ ਕਰ ਦਿੱਤਾ ਗਿਆ ਇਮੀਡੀਏਟਲੀ 12 ਤਰੀਕ ਨੂੰ ਹੀ। ਔਰ ਇਹ ਆਰਡਰ ਜਾਰੀ ਕੀਤਾ ਗਿਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਯਾਨੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਚਲਾਉਂਦੇ ਆ। ਮਨਵਾਰੀ ਲਾਲ ਪੁਰੋਹਿਤ ਜੀ ਅੱਜ ਕੱਲ੍ਹ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਔਰ ਪੰਜਾਬ ਦੇ ਗਵਰਨਰ ਹੈ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਤੁਰੰਤ ਰਿਲੀਵ ਕਰਤਾ। ਜਦੋਂ ਰਿਲੀਵ ਹੋ ਗਏ ਤਾਂ ਉਸ ਤੋਂ ਬਾਅਦ ਰੌਲਾ ਇਹ ਪਿਆ ਕਿ ਪੰਜਾਬ ਸਰਕਾਰ ਨੇ ਇਸ ਚੀਜ਼ ਨੂੰ ਇਸ਼ੂ ਬਣਾਇਆ ਕਿ ਕਿਸ ਤਰ੍ਹਾਂ ਉਹਨਾਂ ਦਾ ਅਫਸਰ ਬਿਨਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਵਾਂ ਪੈਨਲ ਆਏ ਇਸ ਤਰ੍ਹਾਂ ਵਾਪਸ ਭੇਜ ਦਿਓ ਔਰ ਤੁਸੀਂ ਉਹਨਾਂ ਪੰਜਾਬ ਸਰਕਾਰ ਨੂੰ ਕਿਉਂ ਇਸ ਬਾਰੇ ਸੰਪਰਕ ਸਾਧਨਾ ਜਾਂ ਗੱਲਬਾਤ ਕਰਨਾ ਠੀਕ ਨਹੀਂ ਸਮਝਿਆ। ਇਹਦਾ ਇੱਕ ਇਤਰਾਜ਼ ਨੋਟ ਲਿਖਿਆ ਗਿਆ ਔਰ 13 ਤਰੀਕ ਨੂੰ ਇਹ ਇਤਰਾਜ਼ ਨੋਟ ਯਾਨੀ ਇੱਕ ਦਿਨ ਬਾਅਦ ਹੀ SSP ਦੀ ਵਾਪਸੀ ਤੋਂ ਇੱਕ ਦਿਨ ਬਾਅਦ ਹੀ ਜਿਹੜਾ ਹੈ ਉਹ ਇਤਰਾਜ਼ ਨੋਟ ਚੀਫ ਮਿਨਿਸਟਰ ਆਫਿਸ ਨੇ ਬਨਵਾਰੀ ਲਾਲ ਪੁਰੋਹਿਤ ਜੀ ਦੇ ਪੰਜਾਬ ਰਾਜ ਭਵਨ ਭੇਜਤਾ। ਹੁਣ ਉਦੋਂ ਤੱਕ ਤਾਂ ਲੱਗ ਰਿਹਾ ਸੀਗਾ ਕਿ ਸ਼ਾਇਦ ਇਹ ਸਭ ਕੁਝ ਬੜਾ ਜਲਦੀ 'ਚ ਹੋਇਆ ਹੈ, ਲੇਕਿਨ ਜਦੋਂ ਗਵਰਨਰ ਹਾਊਸ ਤੋਂ ਚੀਫ ਮਿਨਿਸਟਰ ਨੂੰ ਉਹਦਾ ਕਰਾਰਾ ਜਵਾਬ ਦਿੱਤਾ ਗਿਆ, ਮੈਂ ਕਰਾਰਾ ਵਰਡ ਇਸ ਕਰਕੇ ਯੂਜ਼ ਕਰ ਰਿਹਾ ਕਿ ਜਿਸ ਤਰ੍ਹਾਂ ਉਹ ਹਵਾਲਾ ਦਿੱਤਾ ਗਿਆ ਉਸ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਕਿਆ ਪੰਜਾਬ ਸਰਕਾਰ 'ਚ ਅਫਸਰਾਂ ਔਰ CMO 'ਚ ਚੀਫ ਸੈਕਟਰੀ ਔਰ CM ਆਫਿਸ 'ਚ ਔਰ ਕਿਆ CM ਔਰ ਉਹਨਾਂ ਦੇ ਅਫਸਰਾਂ ਦੇ ਵਿੱਚ ਪ੍ਰੋਪਰ ਤਾਲਮੇਲ ਨਹੀਂ ਹੈ ਜਾਂ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਜਾਂਦੀ। ਗਵਰਨਰ ਸਾਹਿਬ ਦੀ ਚਿੱਠੀ ਦੇ ਨਾਲ ਇਹ ਸਵਾਲ ਖੜਾ ਹੋ ਗਿਆ ਕਿਉਂਕਿ ਗਵਰਨਰ ਸਾਹਿਬ ਨੇ ਲਿਖਿਆ
ਕਿ ਇਹ ਅਚਾਨਕ ਨਹੀਂ ਹੋਇਆ ਜਿਹੜਾ ਤੁਸੀਂ ਲਿਖ ਰਹੇ ਹੋ ਕਿ ਅਚਾਨਕ ਬਿਨਾ ਪੈਨਲ ਲਏ ਤੁਸੀਂ ਸਾਡਾ ਅਫਸਰ ਵਾਪਸ ਭੇਜਤਾ। ਉਹਨਾਂ ਨੇ ਕਿਹਾ ਕਿ 28 ਨਵੰਬਰ ਨੂੰ, ਯਾਨੀ ਅਗਰ ਮੋਟਾ-ਮੋਟੀ ਹਿਸਾਬ ਲਗਾ ਕੇ ਦੇਖੀਏ ਤਾਂ ਤਕਰੀਬਨ 14-15 ਦਿਨ ਪਹਿਲਾਂ, 12 ਤਰੀਕ ਤੋਂ ਤਕਰੀਬਨ 14 ਦਿਨ ਪਹਿਲਾਂ 28 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਕਹਿੰਦੇ ਆ ਕਿ ਚੀਫ ਸੈਕਟਰੀ BK ਜੰਜੂਆ ਜੋ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਆ ਉਹਨਾਂ ਨੇ ਟੈਲੀਫੋਨ ਤੇ ਗੱਲ ਕੀਤੀ ਦੋਵਾਂ ਨੇ ਆਪਸ 'ਚ, ਔਰ ਰਾਜਪਾਲ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਜੰਜੂਆ ਸਾਹਿਬ ਅਸੀਂ ਤੁਹਾਡੇ SSP ਨੂੰ ਵਾਪਸ ਭੇਜਣਾ ਚਾਹੁੰਦੇ ਹਾਂ, ਤੁਸੀਂ ਉਹਨਾਂ ਦਾ ਨਾਮ ਦੀ ਜਗ੍ਹਾ ਕੋਈ 3 ਨਾਮ ਦਾ ਦੂਜਾ ਪੈਨਲ ਭੇਜ ਦਿਓ ਤੁਸੀਂ, ਅਸੀਂ ਉਹਨਾਂ ਨੂੰ ਕਿਸੇ ਵੀ ਕਾਰਨ ਤੋਂ ਕੋਈ ਵੀ ਚੀਜ਼ ਇੱਕ ਮਿਸਕੰਡਕਟ ਦਾ ਹਵਾਲਾ ਦਿੱਤਾ ਗਿਆ, ਉਹਨਾਂ ਨੇ ਕਿਹਾ ਉਹਨਾਂ ਦੇ ਮਿਸਕੰਡਕਟ ਕਰਕੇ ਅਸੀਂ ਉਹਨਾਂ ਨੂੰ ਵਾਪਸ ਭੇਜਣਾ ਚਾਹੁੰਦੇ ਹਾਂ। 28 ਨਵੰਬਰ ਨੂੰ ਇਹ ਗੱਲ ਹੋ ਗਈ। ਹਾਂ, ਭਗਵੰਤ ਮਾਨ ਹੋ ਸਕਦਾ ਉਦੋਂ ਗੁਜਰਾਤ ਦੀਆਂ ਚੋਣਾਂ 'ਚ ਬਿਜ਼ੀ ਹੋਣ ਕਿਉਂਕਿ ਲਗਾਤਾਰ ਕੈਂਪੇਨ ਕਰ ਰਹੇ ਸੀਗੇ, ਜਾਂ ਰਾਘਵ ਚੱਡਾ ਜਾਂ ਬਾਕੀ तमाम ਲੋਕ ਜਿਹੜੇ ਹੈ ਉਹ ਗੁਜਰਾਤ ਦੀਆਂ ਚੋਣਾਂ 'ਚ ਬਿਜ਼ੀ ਸੀਗੇ। ਉਸ ਤੋਂ ਬਾਅਦ 30 ਤਰੀਕ ਨੂੰ ਯਾਨੀ 28 ਨੂੰ ਚਿੱਠੀ ਲਿਖੀ ਜਾਂਦੀ ਹੈ, 30 ਤਰੀਕ ਨੂੰ ਜਿਹੜਾ ਹੈ ਉਹ ਦੁਬਾਰਾ ਚੰਡੀਗੜ੍ਹ ਦੇ DGP ਪ੍ਰਵੀਰ ਰੰਜਨ ਜਾਂਦੇ ਆ, ਉਹ BK ਜੰਜੂਆ ਨੂੰ ਸਾਰੇ ਹਾਲਾਤ ਦੱਸਦੇ ਆ, ਔਰ ਉਸੇ ਦਿਨ ਚੰਡੀਗੜ੍ਹ ਦੇ एडवाइजर ਜਿਹੜੇ ਹੈ ਯਾਨੀ ਜੋ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਹੈ ਉਹਨਾਂ ਦੇ ਸਲਾਹਕਾਰ ਜਿਹੜੇ ਹੈ ਧਰਮਪਾਲ, ਉਹ ਵੀ BK ਜੰਜੂਆ ਨਾਲ ਗੱਲ ਕਰਦੇ ਆ ਔਰ ਟੈਲੀਫੋਨਿਕਲੀ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ 3 ਬੰਦਿਆਂ ਦਾ ਪੈਨਲ ਭੇਜ ਦਿਓ, ਐਡਮਿਨਿਸਟ੍ਰੇਸ਼ਨ ਨੇ ਡਿਸਾਈਡ ਕੀਤਾ ਹੈ ਕਿ SSP ਨੂੰ ਰਿਲੀਵ ਕਰ ਦੇਣਾ ਹੈ। ਇਹ ਦੋਨੋਂ ਤਿੰਨਾਂ ਚੀਜ਼ਾਂ ਦਾ ਹਵਾਲਾ ਬਕਾਇਦਾ ਪਹਿਲੇ 28 ਤਰੀਕ ਨੂੰ ਗੱਲ ਹੋਣ ਦਾ, 30 ਤਰੀਕ ਨੂੰ DGP ਚੰਡੀਗੜ੍ਹ ਦਾ ਜਾ ਕੇ ਚੀਫ ਸੈਕਟਰੀ ਨਾਲ ਗੱਲ ਕਰਨਾ, ਫਿਰ ਉਸੇ ਦਿਨ ਐਡਵਾਈਜ਼ਰ ਦਾ ਗੱਲ ਕਰਨਾ ਚੀਫ ਸੈਕਟਰੀ ਨਾਲ, ਇਹ तमाम ਚੀਜ਼ਾਂ ਦਾ ਗਵਰਨਰ ਦੀ ਚਿੱਠੀ 'ਚ ਜ਼ਿਕਰ ਹੈ। ਇਹ ਹੋਣ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ 5:30 ਵਜੇ ਯਾਨੀ 30 ਨਵੰਬਰ ਨੂੰ 5:30 ਵਜੇ ਕਿਸੇ ਮੀਟਿੰਗ ਦੇ ਸਿਲਸਿਲੇ 'ਚ ਚੀਫ ਸੈਕਟਰੀ BK ਜੰਜੂਆ ਗਵਰਨਰ ਹਾਊਸ ਜਾਂਦੇ ਆ। ਬਾਕੀ ਮਸਲੇ ਡਿਸਕਸ ਹੋਣ ਦੇ ਨਾਲ ਨਾਲ ਗਵਰਨਰ ਸਾਹਿਬ ਆਪਣੀ ਚਿੱਠੀ 'ਚ ਲਿਖ ਰਹੇ ਆ ਕਿ SSP ਚੰਡੀਗੜ੍ਹ ਦਾ ਮਸਲਾ ਵੀ ਡਿਸਕਸ ਹੋਇਆ। ਸੋ ਵੱਡਾ ਸਵਾਲ ਇਹ ਹੈ ਕਿ ਅਗਰ 30 ਨਵੰਬਰ ਨੂੰ ਇਹ ਸਭ ਚੀਜ਼ਾਂ ਚੀਫ ਸੈਕਟਰੀ ਸਾਹਿਬ ਨਾਲ 1 2 3 ਵਾਰ ਡਿਸਕਸ ਹੋ ਗਈਆਂ ਸੀ ਤੇ ਕਿਆ ਇਹ ਚੀਫ ਮਿਨਿਸਟਰ ਨੂੰ ਜਾਂ ਚੀਫ ਮਿਨਿਸਟਰ ਆਫਿਸ ਨੂੰ ਇਹ ਦੱਸਿਆ ਗਿਆ ਚੀਫ ਸੈਕਟਰੀ ਵੱਲੋਂ? ਅਗਰ ਦੱਸਿਆ ਗਿਆ ਤੇ ਫਿਰ ਚੀਫ ਮਿਨਿਸਟਰ ਆਫਿਸ ਵੱਲੋਂ 13 ਤਰੀਕ ਨੂੰ 13 ਦਸੰਬਰ ਨੂੰ ਉਹ ਚਿੱਠੀ ਕਿਉਂ ਲਿਖੀ ਗਈ ਜਿਹਨੂੰ ਪ੍ਰੋਟੈਸਟ 'ਚ ਲਿਖੀ ਹੋਈ ਚਿੱਠੀ ਕਿਹਾ ਜਾ ਰਿਹਾ? ਪਹਿਲਾ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਜੇ ਚੀਫ ਸੈਕਟਰੀ ਆਫਿਸ ਨਾਲ 13-14 ਦਿਨ ਪਹਿਲਾਂ ਤੋਂ ਗੱਲਾਂ ਹੋ ਰਹੀਆਂ ਸੀਗੀਆਂ ਤੇ ਫਿਰ ਇਹ 13 ਤਰੀਕ ਨੂੰ ਜਿਹੜੀ ਚਿੱਠੀ ਲਿਖੀ ਗਈ, ਇਸ ਚਿੱਠੀ ਦਾ ਕੀ ਮਤਲਬ ਸੀ? ਇਹ ਕਿਉਂ CMO ਨੂੰ ਰੋਕਿਆ ਨਹੀਂ ਗਿਆ ਚੀਫ ਸੈਕਟਰੀ ਆਫਿਸ ਵੱਲੋਂ ਕਿ ਇਹ ਮਸਲਾ ਸਾਡੇ ਨੋਟਿਸ 'ਚ ਹੈ ਔਰ ਸਾਨੂੰ ਤਾਂ ਪਿਛਲੇ 13-14 ਦਿਨਾਂ ਤੋਂ ਪਤਾ ਹੈ ਕਿ ਇਹ ਚੀਜ਼ ਹੋ ਰਹੀ ਹੈ। ਔਰ ਦੂਜੀ ਗੱਲ, ਅਗਰ ਚਿੱਠੀ ਲਿਖਤੀ ਤੁਸੀਂ ਉਹਨੂੰ ਔਰ ਰਾਜ ਭਵਨ ਚਿੱਠੀ ਪਹੁੰਚ ਗਈ ਔਰ ਚਿੱਠੀ 'ਚ ਇਹ ਜਵਾਬ ਨਹੀਂ ਆਉਂਦਾ ਜੋ ਇਹ ਅਸੀਂ ਡਿਟੇਲ ਦੱਸ ਰਹੇ ਹਾਂ, ਅਗਰ ਗਵਰਨਰ ਹਾਊਸ ਦੀ ਚਿੱਠੀ 'ਚ ਚੀਫ ਮਿਨਿਸਟਰ ਨੂੰ ਇਹ ਸਭ ਗੱਲਾਂ ਨਾ ਦੱਸੀਆਂ ਜਾਂਦੀਆਂ ਤਾਂ ਅਸੀਂ ਇਹ ਮੰਨ ਵੀ ਲੈਂਦੇ ਕਿ ਪ੍ਰਸ਼ਾਸਨ ਨੇ ਬਿਨਾਂ ਕੋਈ ਕੋਗਨੀਜੈਂਸ ਲਏ, ਬਿਨਾਂ ਕਿਸੇ ਨੂੰ ਕੌਨਫੀਡੈਂਸ 'ਚ ਲਏ ਇਹ ਚੀਜ਼ਾਂ ਆਪਣੇ ਆਪ ਕਰਤੀਆਂ। ਲੇਕਿਨ ਵੱਡਾ ਸਵਾਲ ਇਹ ਹੈ ਕਿ ਜਦੋਂ 28 ਨਵੰਬਰ ਔਰ 30 ਨਵੰਬਰ ਨੂੰ ਚੀਫ ਸੈਕਟਰੀ ਆਫਿਸ ਨੂੰ ਇਹ ਨੋਟਿਸ ਆ ਗਿਆ ਸੀ ਮਸਲਾ ਗਵਰਨਰ ਹਾਊਸ ਤੋਂ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ, ਚੰਡੀਗੜ੍ਹ ਪੁਲਿਸ ਦੇ DGP ਵੱਲੋਂ ਇਹ ਚੀਜ਼ਾਂ ਦੱਸੀਆਂ ਗਈਆਂ ਸੀ ਤੇ ਫਿਰ ਗਵਰਨਮੈਂਟ ਨੂੰ ਐਮਬੈਰਸ ਕਿਹਨੇ ਕੀਤਾ? क्या चीफ सैकटरी ऑफिस ਦੀ ਇਹਦੇ ਚ ਗਲਤੀ ਹੈ ਕੋਈ? ਅਗਰ ਗਲਤੀ ਹੈ ਤੇ ਉਸ ਗਲਤੀ ਨੂੰ ਉਹਨਾਂ ਨੇ ਸੁਧਾਰਿਆ ਕਿਉਂ ਨਹੀਂ? ਸੁਧਾਰ ਕਿੱਦਾਂ ਸਕਦੇ ਸੀ? ਅਗਰ ਜਦੋਂ ਚੀਫ ਮਿਨਿਸਟਰ ਆਫਿਸ ਚਿੱਠੀ ਲਿਖ ਰਿਹਾ ਸੀ, ਇਤਰਾਜ਼ਯੋਗ ਚਿੱਠੀ ਲਿਖ ਰਿਹਾ ਸੀਗਾ ਕਿ ਸਾਨੂੰ ਇਸ ਚੀਜ਼ ਤੇ ਇਤਰਾਜ਼ ਹੈ ਔਰ ਅਸੀਂ ਆਪਣਾ ਪੈਨਲ ਭੇਜ ਰਹੇ ਹਾਂ ਨਵਾਂ, ਉਹਨਾਂ ਨੂੰ ਦੱਸਣਾ ਚਾਹੀਦਾ ਸੀ ਜੀ ਕਿ ਇਹ ਆਲਰੇਡੀ ਰਿਕੁਐਸਟ ਆਈ ਹੋਈ ਹੈ, ਚਲੋ ਹੁਣ ਕਵਰ ਅਪ ਕਰ ਰਹੇ ਹਾਂ ਕਿ ਰਿਟਨ ਰਿਕੁਐਸਟ ਨਹੀਂ ਆਈ ਸੀ। ਹੁਣ ਅਸੀਂ ਮੈਂ ਮੇਨ ਇਸ ਗੱਲ ਤੇ ਆ ਜਾਣਾ ਹੈ ਕਿ ਜਦੋਂ ਵੀ ਸਰਕਾਰਾਂ ਚੱਲਦੀਆਂ ਚਿੱਠੀ ਪੱਤਰੀ ਕੰਮ ਕਦੋਂ ਹੁੰਦਾ ਹੈ? ਜਦੋਂ ਤੁਹਾਡੇ ਆਪਸ 'ਚ ਟਰਮਸ ਅੱਛੇ ਨਾ ਹੋਣ। ਅਦਰਵਾਈਜ਼ CMO ਹੋਵੇ, ਚੀਫ ਸੈਕਟਰੀ ਆਫਿਸ ਹੋਵੇ ਜਾਂ ਗਵਰਨਰ ਦਾ ਸੈਕਟਰੀ ਹੋਵੇ, ਗਵਰਨਰ ਯਾਨੀ ਜਿਹੜਾ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਵੀ ਹੁੰਦਾ ਹੈ, ਉਹ ਤਿੰਨੋਂ ਹੀ ਜਗ੍ਹਾ ਤੇ ਪੰਜਾਬ ਕਾਡਰ ਦੇ IAS ਬੈਠੇ ਹੁੰਦੇ ਆ। ਔਰ ਨਾਰਮਲੀ ਅੱਜ ਤੋਂ ਪਹਿਲਾਂ ਕੀ ਪ੍ਰੈਕਟਿਸ ਸੀਗੀ ਕਿ ਅਗਰ ਮੰਨ ਲਓ ਕੋਈ ਪੇਚ ਕਿਸੇ ਗੱਲ ਤੇ ਫਸ ਵੀ ਜਾਂਦਾ ਸੀ, ਇਹ ਕੋਈ ਪਹਿਲੀ ਵਾਰ ਇਸ ਤਰ੍ਹਾਂ ਦੇ ਝਗੜੇ ਜਾਂ ਪਹਿਲੀ ਵਾਰ ਪੇਚ ਨਹੀਂ ਫਸਿਆ, ਇਹ ਆਮ ਤੌਰ ਤੇ ਹਰ ਸਰਕਾਰ 'ਚ ਕਿਸੇ ਨਾ ਕਿਸੇ ਅਪਾਇੰਟਮੈਂਟ ਨੂੰ ਲੈ ਕੇ, ਕਿਸੇ ਨਾ ਕਿਸੇ ਵਿਅਕਤੀ ਦੇ, ਕਿਸੇ ਨਾ ਕਿਸੇ ਅਫਸਰ ਦੇ ਵਿਅਕਤੀਤਵ ਨੂੰ ਲੈ ਕੇ ਇਸ ਤਰ੍ਹਾਂ ਦੇ ਕੁਐਸਚਨ ਉੱਠਦੇ ਆ ਔਰ ਇਹ ਮਸਲੇ ਖੜੇ ਹੁੰਦੇ ਆ, ਲੇਕਿਨ ਉਹਨਾਂ ਨੂੰ ਹੱਲ ਕੀਤਾ ਜਾਂਦਾ ਹੈ। CMO ਚੀਫ ਸੈਕਟਰੀ ਆਫਿਸ ਆਪਣੇ ਗਵਰਨਰ ਹਾਊਸ 'ਚ ਬੈਠੇ ਪੰਜਾਬ ਕਾਡਰ ਦੇ ਗਵਰਨਰ ਦੇ
ਸੈਕਟਰੀ ਨਾਲ ਗੱਲ ਕਰਦਾ ਹੈ ਔਰ ਉਹ ਦੱਸ ਦਿੰਦੇ ਆ ਕਿ ਇਹ ਮਸਲਾ ਖੜਾ ਹੈ, ਇਹਨੂੰ ਇਸ ਤਰ੍ਹਾਂ ਹੈਂਡਲ ਕਰਨਾ ਹੈ। ਔਰ ਇਹ ਵਰਬਲ ਗੱਲਾਂ ਚੱਲਦੀਆਂ ਰਹਿੰਦੀਆਂ ਔਰ ਇਹਨੂੰ ਪੇਪਰ ਤੇ ਉਦੋਂ ਲਿਆਇਆ ਜਾਂਦਾ ਹੈ ਜਦੋਂ ਆਪਸ 'ਚ ਉਹਨਾਂ ਦਾ ਕੰਸੈਂਸਸ ਬਣ ਜਾਂਦਾ ਹੈ ਕਿ ਅਸੀਂ ਇਹ ਫੈਸਲਾ ਲੈਣਾ ਹੈ। ਚੀਫ ਸੈਕਟਰੀ ਆਫਿਸ ਔਰ ਗਵਰਨਰ ਦੇ ਸੈਕਟਰੀ ਦਾ ਆਫਿਸ, ਇਹ ਦੋਨੋਂ ਚੀਜ਼ਾਂ ਤੈਅ ਕਰਕੇ ਚੀਫ ਮਿਨਿਸਟਰ ਆਫਿਸ ਨੂੰ ਦੱਸ ਦਿੰਦਾ ਹੈ। ਕਈ ਵਾਰੀ ਚੀਫ ਮਿਨਿਸਟਰ ਆਫਿਸ ਚੀਫ ਸੈਕਟਰੀ ਆਫਿਸ ਨਾਲ ਗੱਲ ਕਰਦਾ ਹੈ, ਚੀਫ ਸੈਕਟਰੀ ਨਾਲ ਗੱਲ ਕਰਦੇ ਆ ਪ੍ਰਿੰਸੀਪਲ ਸੈਕਟਰੀ, ਔਰ ਇਸ ਮਸਲੇ ਨੂੰ ਕਿੱਦਾਂ ਹੈਂਡਲ ਕਰਨਾ ਹੈ ਇਹ ਦੱਸ ਦਿੱਤਾ ਜਾਂਦਾ ਹੈ ਗਵਰਨਰ ਦੇ ਸੈਕਟਰੀ ਨੂੰ, ਔਰ ਉਹੀ ਗੱਲ ਗਵਰਨਰ ਨਾਲ ਔਰ ਚੀਫ ਮਿਨਿਸਟਰ ਨਾਲ ਵੀ ਡਿਸਕਸ ਹੋ ਜਾਂਦੀ ਹੈ। ਇਹ 20 ਵਾਰ ਹੋਇਆ ਹੋਣਾ, ਅਸੀਂ 25 ਸਾਲ ਦੇ ਕਰੀਅਰ 50 ਵਾਰੀ ਦੇਖਿਆ ਕਿ ਇਦਾਂ ਦੇ ਮਸਲੇ ਖੜੇ ਹੁੰਦੇ ਆ, ਲੇਕਿਨ ਹਰ ਚੀਜ਼ 'ਚ ਸਵਾਲ ਤੇ ਜਵਾਬ ਚਿੱਠੀ ਰਾਹੀਂ ਨਹੀਂ ਕੀਤੇ ਜਾਂਦੇ। ਉਹ ਪਹਿਲੇ ਅਫਸਰ ਆਪਸ 'ਚ ਗੱਲ ਕਰ ਲੈਂਦੇ ਆ ਔਰ ਫਿਰ ਜਿਹੜੀ ਚੀਜ਼ ਬੜੀ ਸੂਦਿੰਗ ਹੁੰਦੀ ਹੈ, ਜਿਹੜੀ ਚੀਜ਼ ਨਾਲ ਮਸਲਾ ਹੱਲ ਹੁੰਦਾ ਹੋਏ, ਜਿਹੜੀ ਚੀਜ਼ ਐਕਸੈਪਟ ਕਰਨੀ ਹੈ ਜਾਂ ਪੈਨਲ ਭੇਜਣਾ ਹੈ ਜਾਂ ਨਹੀਂ ਭੇਜਣਾ ਹੈ, ਉਹ ਚੀਜ਼ ਨੂੰ ਪੇਪਰ ਤੇ ਸਿਰਫ ਉਨਾ ਕੀ ਪਾਰਟ ਲਿਆਉਂਦੇ ਆ ਜਿੰਨਾ ਕੁ ਪਾਰਟ ਅੱਗੇ ਦੀ ਕਾਰਵਾਈ ਨੂੰ, ਅੱਗੇ ਦੇ ਪ੍ਰੋਸੈਸ ਨੂੰ ਚਲਾਉਣ ਦੀ ਜ਼ਰੂਰੀ ਹੁੰਦਾ ਹੈ। ਲੇਕਿਨ ਇਸ ਮਸਲੇ 'ਚ ਐਸੇ ਨਹੀਂ ਹੋਇਆ। ਆ ਮੇਰਾ ਸਵਾਲ, ਚੱਕ ਮੇਰਾ ਜਵਾਬ, ਚੱਕ ਮੇਰਾ ਨਵਾਂ ਸਵਾਲ, ਚੱਕ ਮੇਰਾ ਜਵਾਬ। ਇਸ ਤਰ੍ਹਾਂ ਸਰਕਾਰਾਂ ਦੀ ਫੰਕਸ਼ਨਿੰਗ ਇਸ ਤਰ੍ਹਾਂ ਨਹੀਂ ਚੱਲਦੀ। ਔਰ ਮੈਂ ਇਸ ਕਰਕੇ ਕਹਿ ਰਿਹਾ ਕਿ ਫੰਕਸ਼ਨਿੰਗ ਇਸ ਤਰ੍ਹਾਂ ਨਹੀਂ ਚੱਲਦੀ ਕਿਉਂਕਿ ਅਗਰ ਤੁਸੀਂ ਮੋਟੀ ਨਿਗਾਹ ਮਾਰੋਗੇ ਤੇ ਹਰ ਜਗ੍ਹਾ ਜਿਹੜੇ ਆਈਐਸ ਅਫਸਰ ਬੈਠੇ ਹੋਏ ਹੈ, ਰਾਜ ਭਵਨ ਨੂੰ ਵੀ ਚਲਾਉਣ ਵਾਲੇ, ਚੀਫ ਸੈਕਟਰੀ ਆਫਿਸ ਨੂੰ ਵੀ ਚਲਾਉਣ ਵਾਲੇ, ਸੀਐਮਓ ਨੂੰ ਵੀ ਚਲਾਉਣ ਵਾਲੇ, ਇਹ तमाम ਜਗ੍ਹਾ ਤੇ ਬੇਸ਼ੱਕ ਅਲੱਗ-ਅਲੱਗ ਪਾਰਟੀਆਂ ਦੇ ਲੋਕ ਆਉਂਦੇ ਰਹਿਣ ਲੇਕਿਨ ਅਫਸਰ ਚਲਾਉਣ ਵਾਲੇ ਪੰਜਾਬ ਕਾਡਰ ਦੇ ਹੀ ਹੈ। ਸੋ ਇਹ ਇੱਕ ਮਜ਼ਾਕ ਬਣਿਆ ਪੂਰੇ ਸਿਸਟਮ ਦਾ ਕਿ ਆਖਿਰਕਾਰ ਨਾਰਮਲ ਜਿੱਥੇ ਇੱਕ ਕਾਡਰ ਦੇ ਅਫਸਰ ਬੈਠੇ ਹੋਏ ਆ, ਉਸੇ ਕਾਡਰ ਦੇ ਇੱਕ ਆਈਪੀਐਸ ਅਫਸਰ ਨੂੰ ਲੈ ਕੇ ਚਿੱਠੀਬਾਜ਼ੀ ਕਿਉਂ ਕੀਤੀ ਜਾ ਰਹੀ ਹੈ। ਔਰ ਚਿੱਠੀਬਾਜ਼ੀ ਵੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਪਤਾ ਸਾਨੂੰ ਹੈ ਅਫਸਰ ਡਿਸਕਸ ਨਹੀਂ ਕਰ ਰਹੇ ਆਪਸ 'ਚ, ਇੱਕ ਦੂਜੇ ਨੂੰ ਉਹਦੀ ਜਾਣਕਾਰੀ ਨਹੀਂ ਦੇ ਰਹੇ, ਪਰ ਚਿੱਠੀਆਂ ਨਾਲ ਜਵਾਬ ਔਰ ਸਵਾਲ ਕੀਤੇ ਜਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਨੂੰ ਅਵੋਇਡ ਕੀਤਾ ਜਾ ਸਕਦਾ ਸੀ, ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਸੀ। ਖਾਮਖਾ ਇਸ ਨੂੰ ਏਡੀ ਵੱਡੀ ਸਿਆਸੀ ਲੜਾਈ ਜਾਂ ਚਿੱਠੀ ਪੱਤਰੀ ਲੜਾਈ ਕਰਨ ਦੀ ਬਜਾਏ ਇਹਨੂੰ ਸਿੰਪਲ ਆਈਐਸ ਅਫਸਰ ਚਾਹੁੰਦੇ ਤੇ ਚੀਫ ਮਿਨਿਸਟਰ ਆਫਿਸ ਨੂੰ, ਚੀਫ ਸੈਕਟਰੀ ਚਾਹੁੰਦੇ ਤੇ ਗਵਰਨਰ ਦੇ ਸੈਕਟਰੀ ਨੂੰ ਦੱਸ ਕੇ, ਸੀਐਮਓ ਦੇ ਅਫਸਰਾਂ ਨੂੰ ਦੱਸ ਕੇ ਔਰ ਸੀਐਮ ਤੋਂ ਡਾਇਰੈਕਸ਼ਨ ਲੈ ਕੇ ਇਸ ਮਸਲੇ ਨੂੰ ਬੜੇ ਛੋਟੇ ਸਤਰ ਤੇ ਖਤਮ ਕੀਤਾ ਜਾ ਸਕਦਾ ਸੀ। ਲੇਕਿਨ ਗਵਰਨਰ ਹਾਊਸ ਤੋਂ ਸੀਐਮ ਨੂੰ ਗਈ ਚਿੱਠੀ ਜਿਹੜੀ ਹੈ, ਉਹਦੇ 'ਚ ਲਿਖੀਆਂ ਜਿਹੜੀਆਂ ਲਾਈਨਾਂ ਹੈ, ਉਹਦੇ 'ਚੋਂ ਇਹ ਪਤਾ ਲੱਗਦਾ ਹੈ ਕਿ ਸ਼ਾਇਦ ਪੰਜਾਬ ਦੇ ਸਾਰੇ ਅਫਸਰ ਇੱਕ ਪੇਜ ਤੇ ਨਹੀਂ ਹੈ, ਸੀਐਮਓ ਚੀਫ ਸੈਕਟਰੀ ਆਫਿਸ ਇੱਕ ਪੇਜ ਤੇ ਨਹੀਂ ਹੈ। ਔਰ ਠੀਕ ਹੈ, ਇਹ ਲੋਕਾਂ ਲਈ ਜਾਂ ਦੂਜੀ ਪਾਰਟੀਆਂ ਲਈ, ਵਿਰੋਧੀ ਧਿਰਾਂ ਲਈ ਇਹ ਇੱਕ ਬੜੀ ਵਧੀਆ ਮਜ਼ਾਕ ਦੀ ਹੈ, ਇੱਕ ਪੋਲੀਟੀਕਲ ਇਸ਼ੂ ਹੋ ਸਕਦਾ ਹੈ, ਲੇਕਿਨ ਨਾਲ ਦੇ ਨਾਲ ਇਹ ਇੱਕ ਸਿਸਟਮ, ਉਹਦੀ ਫੰਕਸ਼ਨਿੰਗ ਨੂੰ ਇਹ ਦਰਸਾਉਂਦਾ ਹੈ ਕਿ ਉਹਦੇ 'ਚ ਕਿਤੇ ਨਾ ਕਿਤੇ ਕਮਜ਼ੋਰੀ ਆ ਗਈ ਹੈ, ਉਹਦੇ 'ਚ ਕਿਤੇ ਨਾ ਕਿਤੇ ਅਸੀਂ ਇਹ ਕਹਾਂਗੇ ਕਿ ਆਪਸ 'ਚ ਤਾਲਮੇਲ ਦੀ ਕਮੀ ਆ ਗਈ ਹੈ। ਔਰ ਉਹ ਚੀਜ਼ ਇਹਨਾਂ ਚਿੱਠੀਆਂ ਦੇ ਜਵਾਬਾਂ 'ਚ ਸਾਫ਼ ਦਿਖ ਰਹੀ ਹੈ, ਜੋ ਕਿ ਨਾਰਮਲੀ ਆਈਐਸ ਅਫਸਰਾਂ ਦੇ ਪ੍ਰੋਸੈਸ ਦੇ ਅੰਦਰ ਹੋਣੀ ਨਹੀਂ ਚਾਹੀਦੀ। ਕਿਉਂਕਿ ਕਾਬਿਲ ਆਈਐਸ ਅਫਸਰ, ਅਸੀਂ ਵੀ ਬਹੁਤ ਸਾਰੇ ਆਈਪੀਐਸ ਅਫਸਰਾਂ ਨੂੰ ਜਾਣਦੇ ਹਾਂ, ਉਹ ਅਫਸਰ ਇਹ ਤਲਖੀਆਂ, ਇਹ ਚੀਜ਼ਾਂ ਕਦੀ ਡਾਕੂਮੈਂਟਰੀ ਆਣ ਨਹੀਂ ਦਿੰਦੀਆਂ ਜਿਹਦੇ 'ਚ ਚਾਹੇ ਫਜੀਅਤ ਕਿਸੇ ਵੀ ਸੰਵੈਧਾਨਿਕ ਪੋਸਟ ਦੀ ਹੋਏ ਜਾਂ ਚੀਫ ਮਿਨਿਸਟਰ ਆਫਿਸ ਦੀ ਹੋਵੇ ਜਾਂ ਚੀਫ ਸੈਕਟਰੀ ਆਫਿਸ ਦੀ ਹੋਏ। ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀ। ਇਹ ਟਾਲੀ ਜਾ ਸਕਦੀ ਸੀ, ਅਫਸਰਾਂ ਦੀ ਸੂਝ-ਬੂਝ ਇਹਨੂੰ ਟਾਲ ਸਕਦੀ ਸੀ। ਲੇਕਿਨ ਮੈਨੂੰ ਲੱਗਦਾ ਹੈ ਕਿ ਤਾਲਮੇਲ ਦੀ ਕਮੀ, ਇੱਕ ਦੂਜੇ ਦੇ ਨਾਲ ਪ੍ਰੋਪਰ ਜਿਹੜਾ ਹੈ ਉਹ ਸੰਪਰਕ ਨਾ ਹੋਣ ਕਰਕੇ ਜਾਂ ਸੰਪਰਕ ਨਾ ਕਰਨ ਕਰਕੇ ਇਹ ਚੀਜ਼ ਖੜੀ ਹੋਈ ਹੈ। ਐਸਐਸਪੀ ਦੀ ਇੱਕ ਪੋਸਟ ਜਿਹੜੀ ਹੈ, ਉਸ ਪੋਸਟ ਤੇ ਇੱਕ ਅਫਸਰ ਨੂੰ ਵਾਪਸ ਭੇਜਣ ਦਾ ਮਸਲਾ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ, ਪੰਜਾਬ ਔਰ ਕੇਂਦਰ 'ਚ ਇੱਕ ਐਡਾ ਵੱਡਾ ਸਿਆਸੀ ਬਵਾਲ ਬਣ ਗਿਆ ਹੈ। ਇਹਨੂੰ ਆਈਐਸ ਅਫਸਰ ਚਾਹੁੰਦੇ ਤੇ ਆਪਣੀ ਸੂਝ-ਬੂਝ ਨਾਲ, ਆਪਣੀ ਕਾਰਜਕੁਸ਼ਲਤਾ ਦੇ ਨਾਲ ਇਹਨੂੰ ਟਾਲ ਸਕਦੇ ਸੀ, ਉਹ ਨਹੀਂ ਟਾਲ ਪਾਏ। ਇਸ ਕਰਕੇ ਘੱਟ ਤੋਂ ਘੱਟ ਇਸ ਪ੍ਰੋਸੈਸ 'ਚ ਚੀਫ ਮਿਨਿਸਟਰ ਆਫਿਸ ਦੀ ਕਿਰਕਿਰੀ ਕਰਾਉਣ ਵਾਲੇ ਅਫਸਰਾਂ ਤੋਂ ਜਵਾਬ ਤਲਬੀ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਕਦੀ ਕ੍ਰੀਏਟ ਨਾ ਹੋਏ। ਹਾਂ ਠੀਕ ਹੈ, ਤੁਸੀਂ ਕਿਹਾ ਵੀ ਹਾਂ ਡੈਫੀਨੇਟਲੀ ਅਕਾਊਂਟੇਬਿਲਿਟੀ ਜਿਹੜੀ ਉਹ ਫਿਕਸ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਇੱਕ ਰੈਪੂਟੇਸ਼ਨ ਆਫ ਦ ਗਵਰਨਮੈਂਟ, ਚੀਫ ਮਿਨਿਸਟਰ ਆਫਿਸ ਦਾ ਵੀ ਖਰਾਬ ਹੋਇਆ, ਡੈਂਟ ਹੋਇਆ। ਹੁਣ ਸਰ ਕਿਉਂਕਿ ਗਵਰਨਰ ਸਾਹਿਬ ਦੀ ਚਿੱਠੀ ਤੋਂ ਬਾਅਦ ਕੋਈ ਹਿੱਟ ਬੈਕ ਨਹੀਂ ਕੀਤਾ ਚੀਫ ਮਿਨਿਸਟਰ ਨੇ, ਕੋਈ ਜਵਾਬ ਨਹੀਂ ਹੈ। ਇੱਕ ਡਿਫੈਂਸ ਆਇਆ ਕਿ ਹਾਂ ਸਾਨੂੰ ਰਿਟਨ ਕੁਝ ਨਹੀਂ ਆਇਆ। ਇਹ ਕਿੰਨਾ ਸਟਰੋਂਗ ਡਿਫੈਂਸ ਲੱਗ ਰਿਹਾ ਜਦੋਂ ਚੀਫ ਸੈਕਟਰੀ ਦੇ ਨਾਲ ਜੋ ਗਵਰਨਰ ਚਿੱਠੀ ਕਲੇਮ ਕਰਤੀ ਵੀ ਇੰਨੀਆਂ ਮੀਟਿੰਗਾਂ ਹੋ ਗਈਆਂ, ਟੈਲੀਫੋਨਿਕ ਕਨਵਰਸੇਸ਼ਨ ਹੋ ਗਈ, ਬਟ ਆਮ ਆਦਮੀ ਪਾਰਟੀ ਦਾ ਡਿਫੈਂਸ ਹੈ ਵੀ ਸਾਨੂੰ ਰਿਟਨ ਕੁਝ ਨਹੀਂ ਆਇਆ। असीम की करेगा? मान लो कोई भी पॉलिटिकल आदमी है, चीफ मिनिस्टर की करेगा? जो अफसर ने कोई नलायकी करती तो की कह देंगे कि साढ़े अफसर नालायक है।
ਉਹਨੂੰ ਕਵਰ ਅਪ ਕਰਨ ਲਈ ਹੁਣ ਇਹ ਤਾਂ ਚਾਹੀਦਾ ਹੀ ਹੈ ਨਾ ਕਿ ਬਈ ਸਾਡੇ ਕੋਲ ਰਿਟਨ ਕਮਿਊਨੀਕੇਸ਼ਨ ਨਹੀਂ ਆਇਆ। ਮੈਂ ਤੇ ਇਹ ਕਹਿਣਾ ਹੈ ਕਿ ਮੈਂ ਬਾਦਲ ਸਰਕਾਰ 'ਚ, ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਮੈਂ 50 ਵਾਰੀ ਦੇਖਿਆ ਕਿ ਸਭ ਚੀਜ਼ਾਂ ਵਰਬਲੀ ਚੱਲਦੀਆਂ ਸੀ, ਸਿਰਫ ਛੋਟੀ ਜੀ ਚੀਜ਼ ਚਿੱਠੀ ਤੇ ਆਉਂਦੀ ਸੀ, ਕਿਉਂਕਿ ਆਈਐਸ ਅਫਸਰ ਸੰਭਾਲ ਲੈਂਦੇ ਸੀਗੇ ਕਿ ਇਹ ਚੀਜ਼ਾਂ ਜੋ ਅਸੀਂ ਟੈਲੀਫੋਨਿਕਲੀ ਹੱਲ ਕਰ ਸਕਦੇ ਹਾਂ, ਇੱਕ ਦੂਜੇ ਨੂੰ ਮਿਲ ਕੇ ਹੱਲ ਕਰ ਸਕਦੇ ਹਾਂ, ਇਹ ਤਲਕੀ ਚਿੱਠੀਆਂ 'ਚ ਨਹੀਂ ਆਣੀ ਚਾਹੀਦੀ। ਇਹਦੇ ਨਾਲ ਜਲੂਸ ਨਿਕਲਦਾ ਹੈ, ਬੇਸਿਕਲੀ ਇਹਦੇ 'ਚ ਜਲੂਸ ਨਿਕਲਿਆ। ਜਲੂਸ ਕਿਹਦਾ ਨਿਕਲਿਆ? ਮੈਨੂੰ ਇਹ ਲੱਗਦਾ ਹੈ ਕਿ ਆਈਐਸ ਅਫਸਰਾਂ ਉਹਨਾਂ ਦੀ ਸਮਝ ਬੂਝ ਦਾ ਨਿਕਲਿਆ। ਪੋਲੀਟੀਕਲ ਲੋਕਾਂ ਨੂੰ ਕੌਣ ਚਲਾਉਂਦਾ ਹੈ? ਗਵਰਨਰ ਹਾਊਸ ਨੂੰ ਕੌਣ ਚਲਾਉਂਦਾ ਹੈ? ਚਲਾਉਂਦੇ ਤੇ ਸਿਵਲ ਸਰਵੈਂਟ ਹੈ, ਆਈਐਸ ਅਫਸਰ ਚਲਾਉਂਦੇ ਹੈ। ਜੇ ਉਹ ਸਿਆਣੇ ਨਹੀਂ ਹੋਣਗੇ, ਜੇ ਉਹ ਸੂਝ-ਬੂਝ ਵਾਲੇ ਨਹੀਂ ਹੋਣਗੇ, ਜੇ ਉਹਨਾਂ ਦਾ ਆਪਸ 'ਚ ਪ੍ਰੋਪਰ ਇੱਕ ਦੂਜੇ ਨਾਲ ਤਾਲਮੇਲ ਨਹੀਂ ਹੋਏਗਾ ਤਾਂ ਇਸ ਤਰ੍ਹਾਂ ਦੀ ਨੌਬਤ ਰੋਜ਼ ਆਏਗੀ। ਮੈਨੂੰ ਲੱਗਦਾ ਹੈ ਕਿ ਇਹਦੇ 'ਚ ਸਿੱਧੀ ਔਰ ਸਿੱਧੀ ਆਈਐਸ ਅਫਸਰਾਂ ਦੇ ਘੱਟ ਤਾਲਮੇਲ ਦੀ, ਆਈਐਸ ਅਫਸਰਾਂ 'ਚ ਇੱਕ ਲਾਈਨ ਤੇ ਨਾ ਹੋਣ ਦੀ, ਇੱਕ ਪੇਜ ਤੇ ਨਾ ਹੋਣ ਕਰਕੇ ਉਹਨਾਂ ਦੀ ਗਲਤੀ ਹੈ। ਬਈ ਅਗਰ ਟੈਲੀਫੋਨਿਕਲੀ ਚੀਫ ਸੈਕਟਰੀ ਨੂੰ ਦੱਸ ਦਿੱਤਾ ਗਿਆ ਸੀ, ਬਿਲਕੁਲ ਠੀਕ ਚੀਜ਼ ਸੀ। ਹੋ ਸਕਦਾ ਹੈ ਕਿ ਉਹ ਨਵਾਂ ਪੈਨਲ ਭੇਜ ਦਿੰਦੇ ਤੇ ਇਹ ਸਭ ਚੀਜ਼ਾਂ, ਇੰਨੀਆਂ ਚੀਜ਼ਾਂ ਔਨ ਰਿਕਾਰਡ ਆਉਂਦੀਆਂ ਹੀ ਨਾ। ਇਹ ਚਿੱਠੀਆਂ ਹੁਣ ਕੀ ਹੋਏਗਾ? ਇਹ ਇਤਿਹਾਸ ਵਾਂਗੂ ਜਿਹੜੀਆਂ ਨਾ ਇਹ ਚੀਜ਼ਾਂ ਫਾਈਲਾਂ 'ਚ ਰਹਿ ਜਾਂਦੀਆਂ। ਔਰ ਜਦੋਂ ਵੀ ਅੱਗੇ ਤੋਂ ਕਦੀ, ਚਾਹੇ 10 ਸਾਲ ਬਾਅਦ, 15 ਸਾਲ ਬਾਅਦ, 20 ਸਾਲ ਬਾਅਦ ਕੋਈ ਵੀ ਇਸ ਤਰ੍ਹਾਂ ਦੀ ਤਲਖੀ ਬਣੇਗੀ, ਚਾਹੇ ਉਹ ਰਾਜ ਭਵਨ ਔਰ ਸਰਕਾਰ ਦੇ ਵਿੱਚ ਬਣੇ ਜਾਂ ਸੈਂਟਰ ਜਾਂ ਸੂਬਾ ਸਰਕਾਰ ਦੇ ਵਿੱਚ ਬਣੇ, ਫਿਰ ਇਹ ਚੀਜ਼ ਆਏਗੀ ਕਿ ਉਦੋਂ ਐਸਐਸਪੀ ਦੀ ਟ੍ਰਾਂਸਫਰ ਹੋਈ ਸੀ, ਫਲਾਣਾ ਚੀਫ ਸੈਕਟਰੀ ਹੁੰਦਾ ਸੀ, ਉਹ ਪ੍ਰਿੰਸੀਪਲ ਸੈਕਟਰੀ ਹੁੰਦਾ ਸੀ, ਉਹ ਚੀਫ ਮਿਨਿਸਟਰ ਹੁੰਦਾ ਸੀ, ਉਹ ਗਵਰਨਰ ਹੁੰਦੇ ਸੀ, ਤੇ ਇਸ ਤਰ੍ਹਾਂ ਦੀ ਚੀਜ਼ ਖੜੀ ਹੋਈ ਸੀਗੀ। ਇਹਨਾਂ ਚੀਜ਼ਾਂ ਨੂੰ ਅਵੋਇਡ ਕਰ ਦਿੱਤਾ ਜਾ ਸਕਦਾ ਹੈ। ਔਰ ਹਰ ਚੀਜ਼ ਨੂੰ ਮੈਨੂੰ ਲੱਗਦਾ ਹੈ ਕਿ ਚਿੱਠੀ ਪੱਤਰੀ ਲਿਆਉਣ ਦੀ ਲੋੜ ਨਹੀਂ ਹੁੰਦੀ। ਅਗਰ ਇਹ ਟੈਲੀਫੋਨਿਕਲ ਗੱਲਾਂ ਟੈਲੀਫੋਨ ਤੇ ਰਹਿੰਦੀਆਂ ਔਰ ਨਵਾਂ ਪੈਨਲ ਆ ਜਾਂਦਾ ਤੇ ਮੈਨੂੰ ਲੱਗਦਾ ਇਹ ਏਡੀ ਵੱਡੀ ਸਿਆਸੀ ਲੜਾਈ ਬਣਨ ਦੀ ਬਜਾਏ ਇੱਕ ਰੂਟੀਨ ਦਾ ਟ੍ਰਾਂਸਫਰ ਔਰ ਇੱਕ ਰੂਟੀਨ 'ਚ ਨਵਾਂ ਐਸਐਸਪੀ ਲਗਾਉਣ ਤੱਕ ਸੀਮਿਤ ਰਹਿ ਜਾਂਦੀ। ਮਗਰ ਜਦੋਂ ਤੁਸੀਂ ਇੱਕ ਨੇ ਸਵਾਲ ਚੱਕਿਆ, ਤਾਲਮੇਲ ਦੀ ਕਮੀ ਸੀ, ਦੂਜੇ ਨੇ ਉਹਦਾ ਜਵਾਬ ਦਿੱਤਾ ਤੇ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਹਰ ਆ ਗਈਆਂ ਜਿਹਦੇ ਤੋਂ ਪਤਾ ਇਹ ਲੱਗਿਆ ਕਿ ਬਹੁਤ ਸਾਰੇ ਇਸ ਵਕਤ ਸਿਸਟਮ ਨੂੰ ਚਲਾ ਰਹੇ ਆਈਐਸ ਅਫਸਰ ਵੀ ਆਪਸ 'ਚ ਇੱਕ ਲਾਈਨ ਤੇ ਕੰਮ ਨਹੀਂ ਕਰਦੇ ਆ, ਆਪਸ 'ਚ ਇੱਕ ਦੂਜੇ ਨਾਲ ਘੁਲ ਮਿਲ ਕੇ ਨਹੀਂ ਰਹਿੰਦੇ, ਇੱਕ ਦੂਜੇ ਨਾਲ ਕਿਸੇ ਵੀ ਸੈਂਸਿਟਿਵ ਮਸਲੇ ਤੇ ਗੱਲ ਨਹੀਂ ਕਰਦੇ। ਮੈਂ ਇਹ ਕਹਾਂਗਾ ਕਿ ਸਿਸਟਮ 'ਚ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੈਦਲ ਹੈ ਜਾਂ ਪ੍ਰੋਪਰ ਜਿਹੜੀ ਚੀਜ਼ ਆਉਂਦੀ ਆ ਉਹ ਕਮਿਊਨੀਕੇਸ਼ਨ ਸਰਕਾਰ ਦੇ ਹਰ ਜਿਹੜਾ ਸ਼ੀਰਸ਼ ਤੇ ਬੈਠਾ ਆਦਮੀ ਆ ਉਹਦੇ ਤੱਕ ਕਨਵੇ ਨਹੀਂ ਹੁੰਦਾ। ਬਈ ਚੀਫ ਮਿਨਿਸਟਰ ਤੱਕ ਅਗਰ ਇਹ ਚੀਜ਼ ਖੜੀ ਹੋ ਰਹੀ ਸੀਗੀ, ਇਹ ਕਨਵੇ ਹੋ ਸਕਦੀ ਸੀ ਨਾ। ਔਰ ਮੈਨੂੰ ਇਹ ਲੱਗਦਾ ਹੈ ਕਿ ਅਗਰ ਐਸਐਸਪੀ ਦੇ ਕਿਸੇ ਵੀ ਕੰਡਕਟਰ ਨੂੰ ਲੈ ਕੇ ਰਾਜ ਭਵਨ ਨੂੰ ਇਤਰਾਜ਼ ਸੀ ਜਾਂ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਡੀਜੀ ਜਾਂ ਐਡਵਾਈਜ਼ਰ ਨੂੰ ਇਤਰਾਜ਼ ਸੀਗਾ, ਚੀਫ ਮਿਨਿਸਟਰ ਤੁਰੰਤ ਚੀਫ ਸੈਕਟਰੀ ਉਹਨਾਂ ਨੂੰ ਦੱਸਦੇ, ਚੀਫ ਮਿਨਿਸਟਰ ਗੱਲ ਕਰਦੇ, ਇੱਕ ਦਿਨ ਚਾਹ ਤੇ ਇਕੱਠੇ ਹੁੰਦੇ, ਸਾਰੇ ਆਪਸ ਵਿੱਚ ਬੈਠਦੇ। ਮੈਨੂੰ ਲੱਗਦਾ ਇਹ ਚੀਜ਼ ਡਿਫਿਊਜ਼ ਹੋ ਸਕਦੀ ਸੀ। ਇਹ ਚੀਜ਼ ਡਿਫਿਊਜ਼ ਕਿਉਂ ਨਹੀਂ ਹੋਈ? ਕਿਉਂਕਿ ਕਮਿਊਨੀਕੇਸ਼ਨ ਜਿੰਨਾ ਬ੍ਰੇਕ ਹੁੰਦਾ ਹੈ ਨਾ, ਚੀਜ਼ਾਂ ਉਨੀਆਂ ਸੈਂਸਿਟਿਵ ਹੁੰਦੀਆਂ ਚਲੀਆਂ ਜਾਂਦੀਆਂ। ਜਿੰਨੀ ਤਲਖੀ ਵਧੇਗੀ ਉਨੇ ਜ਼ਿਆਦਾ ਵਿੱਚ ਜਿਹੜੇ ਹੈ ਲੂਪ ਹੋਲਸ ਨੂੰ ਬੰਦਾ ਪੁਆਇੰਟ ਕਰਨ ਲੱਗ ਜਾਂਦਾ। ਮੈਨੂੰ ਲੱਗਦਾ ਇਸ ਪੂਰੇ ਮਸਲੇ 'ਚ ਵੀ ਉਹੀ ਹੋਇਆ ਕਿ ਆਪਸ 'ਚ ਗੱਲਬਾਤ ਇਹਨਾਂ ਨੂੰ ਜ਼ਿਆਦਾ ਕਰਨੀ ਚਾਹੀਦੀ ਸੀ, ਲੇਕਿਨ ਗੱਲਬਾਤ ਔਰ ਇਨਫੋਰਮੇਸ਼ਨ ਸ਼ੇਅਰਿੰਗ ਦੀ ਬਜਾਏ ਇਸ ਮਸਲੇ ਨੂੰ ਜਿਹੜਾ ਹੈ ਪਹਿਲੇ ਤੋਂ ਥੋੜਾ ਡਿਲੇ ਕੀਤਾ ਗਿਆ, ਐਡਰੈਸ ਨਹੀਂ ਕੀਤਾ ਗਿਆ, ਸੰਗਿਆਨ ਨਹੀਂ ਲਿਆ ਗਿਆ। ਔਰ ਜਦੋਂ 10-12 ਦਿਨ ਨਿਕਲ ਗਏ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਜਿਸ ਤਰ੍ਹਾਂ ਐਸਐਸਪੀ ਨੂੰ ਇਮੀਡੀਏਟਲੀ ਵਾਪਸ ਭੇਜ ਦਿੱਤਾ ਗਿਆ, ਜਿਸ ਤਰ੍ਹਾਂ ਦਾ ਆਰਡਰ ਆਇਆ, ਅਸੀਂ ਇਸ ਤਰ੍ਹਾਂ ਦਾ ਆਰਡਰ ਅਜੇ ਤੱਕ ਨਹੀਂ ਦੇਖਿਆ। ਸੋ ਉਸ ਤੋਂ ਬਾਅਦ ਜਿਹੜਾ ਹੈ ਪੰਜਾਬ ਸਰਕਾਰ ਨੂੰ ਰਿਐਕਟ ਕਰਨਾ ਪਿਆ। ਪਰ ਸਵਾਲ ਇਹ ਹੈ ਕਿ ਅਗਰ ਚੀਫ ਸੈਕਟਰੀ ਨਾਲ 15 ਦਿਨਾਂ ਤੋਂ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ ਤੇ ਉਹ ਗੱਲਾਂ ਬਾਤਾਂ ਚੀਫ ਮਿਨਿਸਟਰ ਤੱਕ ਕਨਵੇ ਕਿਉਂ ਨਹੀਂ ਹੋਈਆਂ? ਅਗਰ ਕਨਵੇ ਹੋਈਆਂ ਸੀ ਤਾਂ ਉਹਦਾ ਕੌਂਗਰੀਜੈਂਸ ਲੈ ਕੇ ਕੀ ਕੰਮ ਕੀਤਾ ਗਿਆ, ਉਹਦਾ ਉਪਰਾਲਾ ਕੀ ਕੀਤਾ ਗਿਆ ਉਹਨੂੰ ਹੱਲ ਕਰਨ ਲਈ? ਔਰ ਅਗਰ ਉਪਰਾਲਾ ਨਹੀਂ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ 13 ਤਰੀਕ ਨੂੰ ਚਿੱਠੀ ਕਿਉਂ ਲਿਖਵਾਈ ਗਈ, ਪ੍ਰੋਟੈਸਟ ਲੈਟਰ ਕਿਉਂ ਲਿਖਵਾਇਆ ਗਿਆ? ਅਗਰ ਪ੍ਰੋਟੈਸਟ ਲੈਟਰ ਲਿਖਵਾਇਆ ਨਾ ਗਿਆ ਹੁੰਦਾ ਤਾਂ ਇਹ ਮੰਨ ਲੈਂਦੇ ਕਿ ਇਹ ਚੀਜ਼ ਪਤਾ ਸੀ ਔਰ ਗੁਜਰਾਤ ਇਲੈਕਸ਼ਨ ਕਰਕੇ ਡਿਲੇ ਹੋ ਗਈ। ਸੋ ਕਈ ਸਾਰੇ ਸਵਾਲ ਖੜੇ ਹੁੰਦੇ ਆ, ਲੇਕਿਨ ਇਸ ਸਵਾਲ ਦਾ ਨਿਚੋੜ ਹੀ ਹੈ ਕਿ ਸਿਸਟਮ ਨੂੰ ਚਲਾਉਣ ਵਾਲੇ ਅਫਸਰਾਂ 'ਚ ਤਾਲਮੇਲ ਦੀ ਕਮੀ ਹੈ। ਅਫਸਰ ਚੀਜ਼ਾਂ ਨੂੰ ਉੱਪਰ ਤੱਕ ਪ੍ਰੋਪਰ ਨਹੀਂ ਪਹੁੰਚਾਉਂਦੇ, ਉੱਪਰੋਂ ਜੋ ਡਾਇਰੈਕਸ਼ਨ ਜਿਹੜੀ ਹੁੰਦੀ ਆ ਉਹਨੂੰ ਜਿਸ ਸਿਰੇ ਤੱਕ ਲਾਣਾ ਹੁੰਦਾ ਹੈ ਉੱਥੇ ਤੱਕ ਪ੍ਰੋਪਰ ਨਹੀਂ ਸਮਝਾ ਰਹੇ। ਔਰ ਮੈਨੂੰ ਲੱਗ ਰਿਹਾ ਕਿ ਅਗਰ ਸਰਕਾਰ ਦੀ ਫੰਕਸ਼ਨਿੰਗ ਇਸੇ ਤਰ੍ਹਾਂ ਚੱਲਦੀ ਰਹੀ ਨਾ ਤਾਂ ਇਦਾਂ ਦੇ ਗੋਲ ਗੂਫ ਅਪ ਰੋਜ਼ ਹੋਣਗੇ। ਸਰ ਹੁਣ ਚਲੋ ਇੱਕ ਡਿਵੈਲਪਮੈਂਟ ਹੋਈ ਸੀ ਵੀ ਪੈਨਲ ਫਾਈਨਲੀ ਭੇਜਤਾ, ਪੰਜਾਬ ਨੇ ਭੇਜਤਾ। ਔਰ ਜਿਵੇਂ ਆਪਾਂ ਚਿੱਠੀ ਦੇ ਵਿੱਚ ਦੇਖਿਆ ਵੀ 15 ਦਿਨ ਪਹਿਲਾਂ ਹੀ ਉਹਨਾਂ ਨੇ ਕਿਹਾ ਤੁਸੀਂ ਭੇਜੋ ਵੀ ਪੈਨਲ ਨੂੰ ਸਾਨੂੰ ਭੇਜੋ। ਸੋ ਇੱਕ ਐਪਰੀਹੈਂਸ਼ਨ ਜਿਹੜੀ ਪੰਜਾਬ ਸਰਕਾਰ ਦੀ ਕੱਲ ਭਗਵੰਤ ਮਾਨ ਦੀ ਚਿੱਠੀ ਤੋਂ ਲੱਗ ਰਹੀ ਸੀ ਵੀ ਐਸਐਸਪੀ ਦੀ ਪੋਸਟ ਨੂੰ ਪੰਜਾਬ ਦਾ ਹੱਕ ਡਿਲੀਟ ਕਰਨਾ ਚਾਹੁੰਦੇ ਆ, ਉਹ ਐਪਰੀਹੈਂਸ਼ਨ ਤੇ ਗਲਤ ਹੋ ਗਈ।
ਦੇਖੋ ਕਿਆਸ ਇਸ ਤਰ੍ਹਾਂ ਦੇ ਲਗਾਏ ਜਾ ਰਹੇ ਸੀ ਕਿ ਜੋ 1990 ਤੋਂ ਪਹਿਲੇ ਦਾ ਸਟੇਟਸ ਹੈ, ਕਿਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਇਹ ਕੋਸ਼ਿਸ਼ ਤਾਂ ਨਹੀਂ ਹੈ ਕਿ ਕਿਸੇ ਅਫਸਰ ਦੇ ਕੰਡਕਟ ਤੇ ਸਵਾਲੀਆ ਨਿਸ਼ਾਨ ਲਗਾ ਕੇ ਔਰ ਤੁਸੀਂ ਆਪਣੀ ਪੋਸਟ ਨੂੰ ਬਹਾਲ ਕਰਨ ਲਈ ਕੋਈ ਕੇਂਦਰ ਨੂੰ ਚਿੱਠੀ ਲਿਖ ਦਿਓ। ਇਸ ਤਰ੍ਹਾਂ ਦੇ ਕਿਆਸ ਲੱਗ ਰਹੇ ਸੀ, ਬਿਊਰੋਕ੍ਰੇਸੀ 'ਚ ਵੀ ਇਸ ਤਰ੍ਹਾਂ ਦੀ ਚਰਚਾ ਸੀ। ਲੇਕਿਨ ਸਵਾਲ ਇਹ ਹੈ ਕਿ ਜੋ 28 ਤਰੀਕ ਨੂੰ ਗੱਲ ਕਹੀ ਗਈ ਸੀ ਚੀਫ ਸੈਕਟਰੀ ਨੂੰ, ਚਾਹੇ ਉਹ ਰਾਜ ਭਵਨ ਵੱਲੋਂ ਕਹੀ ਗਈ, ਚਾਹੇ ਉਹ ਐਡਵਾਈਜ਼ਰ ਵੱਲੋਂ ਕਹੀ ਗਈ ਕਿ ਤੁਸੀਂ ਪੈਨਲ ਭੇਜ ਦਿਓ, ਆਖਿਰਕਾਰ ਅੱਜ ਵੀ ਗੱਲ ਤਾਂ ਉਹੀ ਹੋਈ ਨਾ ਕਿ ਪੰਜਾਬ ਸਰਕਾਰ ਨੇ ਪੈਨਲ ਭੇਜਤਾ। ਜੇ 28 ਤਰੀਕ ਨੂੰ ਪੈਨਲ ਆ ਗਿਆ ਹੁੰਦਾ ਔਰ ਆਰਾਮ ਨਾਲ ਜਿਹੜਾ ਇਹ ਬਿਲਕੁਲ ਸੂਦਿੰਗ ਵੇ 'ਚ ਇਹ ਇੱਕ ਦੂਜੇ ਦਾ ਗਿਵ ਐਂਡ ਟੇਕ ਹੋ ਗਿਆ ਹੁੰਦਾ ਤੇ ਮੈਨੂੰ ਲੱਗਦਾ ਇੰਨਾ ਬਵਾਲ ਖੜਾ ਹੀ ਨਹੀਂ ਹੋਣਾ ਸੀ। ਸੋ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਹਾਂ ਕਿ ਜਿਹੜੀ ਕਮਿਊਨੀਕੇਸ਼ਨ ਦੀ ਕਮੀ ਹੈ, ਗਵਰਨਮੈਂਟ ਦੇ ਅਫਸਰਾਂ 'ਚ ਕਮਿਊਨੀਕੇਸ਼ਨ ਦੀ ਕਮੀ ਹੈ, ਗਵਰਨਮੈਂਟ ਔਰ ਗਵਰਨਮੈਂਟ ਦੇ ਡਾਇਰੈਕਸ਼ਨ ਤੇ ਐਕਟ ਕਰਨ 'ਚ ਜਿਹੜੀ ਹੈ ਉਹ ਕਮੀ ਹੈ, ਗਵਰਨਮੈਂਟ ਦੇ ਬੇਸ ਤੇ ਆਪਣੀ ਜਿਹੜੀ ਨਾਲ ਦੇ ਤੁਹਾਡੇ ਨੇਬਰਿੰਗ ਸਟੇਟਸ ਹੈਗੀਆਂ, ਨੇਬਰਿੰਗ ਯੂਨੀਅਨ ਟੈਰੀਟਰੀ ਹੈਗੀ, ਉਹਨਾਂ ਦੇ ਅਫਸਰਾਂ ਨਾਲ ਜਿਹੜੀ ਲਾਇਸੈਂਸ ਦੀ ਕਮੀ ਹੈ, ਉਹ ਚੀਜ਼ ਮੈਨੂੰ ਨਜ਼ਰ ਆ ਰਹੀ ਹੈ ਵਿਚ ਇਜ਼ ਏ ਵੈਰੀ ਬਿਗ ਲੈਪਸ। ਔਰ ਖਾਸ ਕਰ ਉਦੋਂ ਆ ਰਹੀ ਹੈ ਜਦੋਂ ਗਵਰਨਰ ਹਾਊਸ 'ਚ ਵੀ ਪੰਜਾਬ ਦੇ ਅਫਸਰ ਬੈਠੇ ਹੋਏ ਆ, ਚੀਫ ਸੈਕਟਰੀ ਆਫਿਸ 'ਚ ਵੀ ਪੰਜਾਬ ਦੇ ਅਫਸਰ ਬੈਠੇ ਹੈ, ਸੀਐਮਓ 'ਚ ਵੀ ਪੰਜਾਬ ਦੇ ਅਫਸਰ ਬੈਠੇ ਹੈ। ਫਿਰ ਇਹ ਇੰਨਾ ਜ਼ਿਆਦਾ ਗੈਪ ਕਿਉਂ ਹੈ? ਇਹ ਗੈਪ ਨਹੀਂ ਹੋਣਾ ਚਾਹੀਦਾ। ਕਮਿਊਨੀਕੇਸ਼ਨ ਪ੍ਰੋਪਰ ਹੁੰਦਾ ਤਾਂ ਗਵਰਨਮੈਂਟ ਇਸ ਐਮਬੈਰਸਮੈਂਟ ਤੋਂ ਬਚ ਸਕਦੀ ਸੀ, ਜਿਹੜੀ ਐਮਬੈਰਸਮੈਂਟ ਅੱਜ ਚਿੱਠੀ ਪੱਤਰੀ ਦੇ ਮਾਧਿਅਮ ਨਾਲ ਹੋ ਰਹੀ ਹੈ। ਸਰ ਇੱਕ ਬੜਾ ਇੰਪੋਰਟੈਂਟ ਹੈ, ਤੁਸੀਂ ਪੰਜਾਬ ਨੂੰ ਬੜੇ ਓਵਰ 2 ਡੈਕੇਡਸ ਕਵਰ ਕੀਤਾ ਹੈ। ਮੈਂ ਫਾਈਨਲ ਕਮੈਂਟ ਲਵਾਂਗਾ ਇਹਦੇ ਉੱਤੇ ਤੁਹਾਡਾ। ਆਪਾਂ ਦੇਖਿਆ ਵਾਈਸ ਚਾਂਸਲਰ ਇਸ਼ੂਜ਼ ਤੇ ਹੋਇਆ, ਫਿਰ ਸੈਸ਼ਨ ਦੇ ਉੱਤੇ ਫਿਰ ਗਵਰਨਰ ਵਰਸਸ ਗਵਰਨਮੈਂਟ ਹੋ ਗਿਆ। ਉਸ ਤੋਂ ਬਾਅਦ ਜਿਹੜਾ ਰਾਸ਼ਟਰਪਤੀ ਦਾ ਸਿਵਿਕ ਫੰਕਸ਼ਨ ਸੀਗਾ ਉਹਨਾਂ ਦਾ, ਉਹਦੇ 'ਚ ਵੀ ਗੈਰ ਹਾਜ਼ਰ ਰਹੇ ਚੀਫ ਮਿਨਿਸਟਰ। ਹੁਣ ਇਹ ਇਸ਼ੂ ਹੋ ਗਿਆ, ਪੰਜਾਬ ਵਰਗੀ ਬਾਰਡਰ ਸਟੇਟ ਹੈ ਔਰ ਗਵਰਨਰ ਵਰਸਸ ਗਵਰਨਮੈਂਟ ਰੋਜ਼ ਹੋ ਜਾਂਦਾ ਕਿਸੇ ਨਾ ਕਿਸੇ ਇਸ਼ੂ ਤੇ। ਇਹਦੇ ਰੈਪਰਕਸ਼ਨ ਕੀ ਹੋ ਸਕਦੇ ਆ? ਉਹਨੂੰ ਠੀਕ ਕਰਨ ਲਈ ਕੀ ਕਰਨਾ ਚਾਹੀਦਾ? ਦੇਖੋ ਦਿੱਕਤ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੇ ਅੱਗੇ ਚੀਜ਼ਾਂ ਸਾਂਭਣੀਆਂ ਹੁੰਦੀਆਂ। ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੀ ਸਟੇਟਸ 'ਚ ਹੁੰਦਾ ਹੈ ਕਿ ਅਗਰ ਗਵਰਨਮੈਂਟ ਕਿਸੇ ਦੂਜੀ ਪਾਰਟੀ ਦੀ ਹੈ ਔਰ ਗਵਰਨਰ ਮੰਨ ਲਓ ਕਿ ਕਿਸੇ ਸੈਂਟਰ ਦੀ ਰੂਲਿੰਗ ਪਾਰਟੀ ਦਾ ਲੱਗਿਆ ਤਾਂ ਇਸ ਤਰ੍ਹਾਂ ਦੇ ਰਿਫਟ ਆਮ ਤੌਰ ਤੇ ਨਜ਼ਰ ਆਉਂਦੀ ਹੈ। ਲੇਕਿਨ ਵੱਡਾ ਸਵਾਲ ਇਹ ਹੈ ਕਿ ਇਸ ਰਿਫਟ ਨੂੰ ਘਟਾਉਣਾ ਜਾਂ ਵਧਾਉਣਾ ਹੈ। डिपेंड ये करता है कि घटाना है बढ़ाना है। मैनू ये लगता है कि जो एज पर लॉ कम होता है और एज पर प्रॉपर कम्युनिकेशन और जो प्रोटोकॉल है उन्होंने फॉलो करते रहो तो ये चीज़ां थोड़ियां पेश आउणगियां लेकिन थोड़ियां। लेकिन अगर तुसी चाहे वो राजभवन है चाहे वो सीएम ऑफिस है या सीएमओ है, अगर दोनों ये लैणगे कि असीं तां पंगा ही लेना है, फिर मीडिया नूं और लोकां नूं और जिहड़े सियासी विरोधी धिरां हुंदियां उन्हां नूं रोज़ न्यूज़ मिलती है कि इस चीज़ से भी झगड़ा हो गया, इस चीज़ से आ गैप नजर आ गया, इससे कम्युनिकेशन नहीं प्रॉपर रहा, ये एज पर लॉ नहीं होया। और ਜਿਹੜੇ ਕਾबिल आदमी ਹੁੰਦੇ ਆ, ਮੈਨੂੰ ਲੱਗਦਾ ਜਿਹੜੇ ਵੱਡੀਆਂ ਪੋਸਟਾਂ ਤੇ ਲੱਗਦੇ ਆ, ਅਗਰ ਕੋਈ ਰਾਜ ਭਵਨ ਤੋਂ ਅਪਾਇੰਟਮੈਂਟ ਹੁੰਦੀ ਹੈ ਜਾਂ ਕਿਸੇ ਦੀ ਟ੍ਰਾਂਸਫਰ ਹੁੰਦੀ ਹੈ ਤੇ ਉਹ ਕੋਈ ਨਾਰਮਲ ਜਿਹੜਾ ਕਲਰਕ ਤਾਂ ਹੋਏਗਾ ਨਹੀਂ, ਉਹ ਕਿਸੇ ਨਾ ਕਿਸੇ ਉਸ ਦਾ ਵਾਈਸ ਚਾਂਸਲਰ ਹੋਏਗਾ, ਕਿਸੇ ਐਡਮਿਨਿਸਟ੍ਰੇਟਿਵ ਤੌਰ ਤੇ ਜਾਂ ਪੁਲਿਸ ਡਿਪਾਰਟਮੈਂਟ ਦੇ ਕਿਸੇ ਵੱਡੇ ਅਹੁਦੇ ਤੇ ਬੈਠਾ ਹੋਏਗਾ। ਸੋ ਮੈਨੂੰ ਲੱਗਦਾ ਕਿ ਉਹਨਾਂ ਅਹੁਦਿਆਂ ਦੀ ਗਰਿਮਾ ਵੀ ਘਟਦੀ ਹੈ, ਉਹਨਾਂ ਅਹੁਦਿਆਂ ਤੇ ਬੈਠੇ ਲੋਕਾਂ ਦੀ ਉਹਨਾਂ ਦੇ ਕਰੀਅਰ ਤੇ ਔਰ ਉਹਨਾਂ ਦੇ ਆਪਣਾ ਜਿਹੜਾ ਕਿਰਦਾਰ ਹੁੰਦਾ ਹੈ ਉਹਦੇ ਤੇ ਅਸਰ ਪੈਂਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਲੜਾਈ ਨੂੰ ਘਟਾਉਣਾ ਚਾਹੀਦਾ ਹੈ ਔਰ ਐਜ਼ ਪਰ ਲਾਅ ਬੈਟਰ ਕਮਿਊਨੀਕੇਸ਼ਨ ਦੇ ਨਾਲ ਇੱਕ ਦੂਜੇ ਨਾਲ ਟੈਲੀਫੋਨਿਕਲੀ ਗੱਲਬਾਤ ਕਰਕੇ ਇੱਕ ਦੂਜੇ ਨੂੰ ਮਿਲ ਕੇ, ਪਹਿਲਾਂ ਤਾਂ ਅਫਸਰ ਇਦਾਂ ਕਰਦੇ ਸੀ ਬਹੁਤ ਸਾਰੇ ਕਿ ਹੁਣ ਵੀ ਕਰਦੇ ਆ ਕਿ ਉਹ ਆਪ ਇੱਕ ਦੂਜੇ ਤੇ ਲੰਚ ਡਿਨਰ ਤੇ ਮਿਲਣਾ ਕੀ ਹੁੰਦਾ ਹੈ। ਇਹੀ ਵਜ੍ਹਾ ਹੁੰਦੀ ਹੈ ਕਿ ਅਗਰ ਕੋਈ ਮੈਟਰ ਕਿਸੇ ਦੇ ਨੋਟਿਸ ਆ ਜਾਂਦਾ ਹੈ, ਪੰਜਾਬ ਦਾ ਹਰਿਆਣੇ ਦਾ ਆਉਂਦਾ, ਹਰਿਆਣੇ ਦਾ ਚੰਡੀਗੜ੍ਹ ਆ ਜਾਂਦਾ, ਚੰਡੀਗੜ੍ਹ ਵਾਲਿਆਂ ਦਾ ਪੰਜਾਬ ਦਾ ਆ ਜਾਂਦਾ ਹੈ, ਉਹ ਆਪਸ ਵਿੱਚ ਟੈਲੀਫੋਨ ਤੇ ਗੱਲ ਕਰ ਲੈਂਦੇ ਆ। ਲੇਕਿਨ ਜਦੋਂ ਇਹ ਮਿਲਣਗੇ ਹੀ ਨਹੀਂ, ਸਿਆਸਤਦਾਨਾਂ ਦੀ ਤਰ੍ਹਾਂ ਬਿਹੇਵ ਕਰਨ ਲੱਗ ਜਾਣਗੇ ਜਿੰਨੇ ਵੀ ਆਫੀਸਰ ਕਲਾਸ ਦੇ ਲੋਕ ਇਸ ਪ੍ਰੋਸੈਸ ਇਸ ਸਿਸਟਮ ਨੂੰ ਚਲਾਉਂਦੇ ਆ, ਤੇ ਫਿਰ ਇਸ ਤਰ੍ਹਾਂ ਦੇ ਗੂਫ ਅਪ ਹੋਣਗੇ, ਇਸ ਤਰ੍ਹਾਂ ਦੀਆਂ ਚੀਜ਼ਾਂ ਸਮਝ ਆਉਣਗੀਆਂ। ਤਾਂ ਕੋਰਡੀਅਲ ਰਿਲੇਸ਼ਨ ਕਿਵੇਂ ਰੱਖਣੇ ਆ? ਅਫਸਰ ਤਾਂ ਨਾਲ ਹੀ ਕੰਮ ਕਰਦੇ ਆ ਨਾ, ਇਹਨਾਂ 'ਚ ਬੈਚਮੇਟ ਜਿਹੜਾ ਹੈ ਕਾਡਰ ਸਿਸਟਮ ਇੰਨਾ ਜ਼ਿਆਦਾ ਚੱਲਦਾ ਹੈ। ਸੋ ਫਿਰ ਜਦੋਂ ਸਿਆਸੀ ਤੌਰ ਤੇ ਲੋਕਾਂ ਦੀ ਲੜਾਈ ਹੁੰਦੀ ਹੈ ਉੱਪਰ ਪੋਸਟਾਂ ਤੇ ਇਹ ਸਿਸਟਮ ਨੂੰ ਕਿਉਂ ਇਗਨੋਰ ਕਰਨ ਵਾਲੇ ਕੰਮ ਕਰਨ ਲੱਗ ਜਾਂਦੇ ਆ। ਮੈਨੂੰ ਲੱਗਦਾ ਹੈ ਅਗਰ ਇਹ ਸੈੱਟ ਰਹਿਣ ਨਾ, ਇਹ ਸਭ ਗਾਈਡ ਠੀਕ ਕਰਨ, ਇਹ ਪ੍ਰੋਪਰ ਕਮਿਊਨੀਕੇਸ਼ਨ ਰੱਖਣ ਤਾਂ ਸ਼ਾਇਦ ਉੱਪਰ ਦੇ ਝਗੜੇ ਵੀ ਘਟ ਜਾਣ। ਗਾਈਡ ਕੌਣ ਕਰਦਾ ਹੈ? ਗਾਈਡ ਤਾਂ ਸਿਵਲ ਸਰਵੈਂਟ ਹੀ ਕਰਦਾ ਹੈ। ਚੀਫ ਮਿਨਿਸਟਰ ਤਾਂ ਹਰ ਚੀਜ਼ 'ਚ ਇਹ ਹੁੰਦਾ ਨਹੀਂ, ਜਾਂ ਰਾਜ ਭਵਨ ਤਾਂ ਹਰ ਚੀਜ਼ 'ਚ ਇਹ ਹੁੰਦਾ ਨਹੀਂ ਕਿ ਗਵਰਨਰ ਸਾਹਿਬ ਨੇ ਜੋ ਕਹਿ ਦੇਣਾ ਉਹੀ ਹੋਣਾ ਹੈ, क्योंकि बहुत सारे एक्सपर्ट, बहुत सारे अफसर जिहड़े हैं उस चीफ मिनिस्टर दे नाल, गवर्नर साहब दे नाल काम करते हैं। सो चीफ मिनिस्टर साहब भी उन्होंने अकॉर्डिंगली चलते हैं, गवर्नर साहब भी उन्होंने अकॉर्डिंगली चलते हैं। जे हुण सलाहकार और एडमिनिस्ट्रेशन नूं चलाउण वाले ही इस तरह के गोल मारन लग जाणगे ते टीम दा हारना लाजमी है। होपफुली अगे क्योंकि बड़ा सेंसिटिव इशू होंदे है, सेंसिटिव स्टेट है, तो असीं उम्मीद करांगे कि जिहड़ा पंजाब दे विच गवर्नर्स वर्सस गवर्नमेंट रोज़ बन जाता किसी ना किसी इशू तो लैके ये फ्रिक्शन जिहड़ी घटे फॉर द वैलफेयर ऑफ द स्टेट और इदां दीयां चीज़ां ते एनर्जी वेस्ट होण नालों कंस्ट्रक्टिव मैटर्स ते काम किया जाए।
ਜਿੱਥੇ ਤੱਕ ਐਸਐਸਪੀ ਦੀ ਬਦਲੀ ਤੇ ਐਸਐਸਪੀ ਦੀ ਰਿਪੈਟਰੀਏਸ਼ਨ ਤੋਂ ਬਾਅਦ ਪੂਰਾ ਇਸ਼ੂ ਉੱਠਿਆ, ਆਈ ਥਿੰਕ ਹੁਣ ਜਿਹੜੀ ਬॉल ਹੈ ਉਹ ਪੰਜਾਬ ਸਰਕਾਰ ਦੇ ਕੋਰਟ ਤੇ ਹੈ ਕਿ ਕਿਸ ਤਰ੍ਹਾਂ ਗਵਰਨਰ ਦੀ ਚਿੱਠੀ ਦਾ ਉਹ ਜਵਾਬ ਦਿੰਦੇ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਦੇਖਦੇ ਰਹੋ ABP ਸਾਂਝਾ।